ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਜੀ ਸਵਾਗਤ। ਪ੍ਰੋਫੈਸਰ ਸਾਹਿਬ, ਸਿਆਸਤ 'ਚ ਹਲਚਲ ਜਿਹੜੀ ਨਜ਼ਰ ਆ ਰਹੀ ਹੈ, ਕਹਿੰਦੇ ਕਿਸਾਨ ਜਥੇਬੰਦੀਆਂ ਜਾਂ ਤਾਂ ਆਪਣੇ ਤੌਰ ਤੇ ਮੈਦਾਨ ਦੇ ਵਿੱਚ ਆ ਰਹੀਆਂ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਨਾਲ ਇਹ ਚਰਚਾਵਾਂ ਕਾਫੀ ਤੇਜ਼ ਹੋ ਰਹੀਆਂ ਨੇ। ਕੀ ਲੱਗਦਾ ਕਿ ਅੰਦਰ ਖਾਤੇ ਕੋਈ ਇਹੋ ਜਿਹੀ ਗੱਲ ਚੱਲ ਰਹੀ ਹੈ ਜਾਂ ਕੋਈ ਅਗਲੇ ਟਾਈਮ ਦੇ ਵਿੱਚ ਜੇ ਕਰਨਾ ਵੀ ਹੈ ਤਾਂ ਕਿੱਧਰ ਨੂੰ ਜਾਣਾ ਚਾਹੀਦਾ? ਦੇਖੋ, ਇਹ ਬੜੀ ਦੇਰ ਦੀ ਚਰਚਾ ਚੱਲ ਰਹੀ ਸੀ। ਅਸਲ ਮਾਅਨਿਆਂ ਦੇ ਵਿੱਚ ਤੇ ਇਹ 3-4 ਮਹੀਨਿਆਂ ਤੋਂ ਇਹ ਪੂਰੀ ਗੱਲ ਚੱਲ ਰਹੀ ਸੀ ਕਿ ਕੁਛ ਉਹ ਲੋਕ ਜਿਹੜੇ ਇਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ ਔਰ ਇਹਨਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ ਸਾਰੀ ਕਿਸਾਨ ਮੂਵਮੈਂਟ ਦੇ ਵਿੱਚ। ਹੁਣ ਉਹਨਾਂ ਹੀ ਪਾਰਟੀਆਂ ਨੂੰ ਦੁਬਾਰਾ ਵੋਟਾਂ ਅਸੀਂ ਕਿਵੇਂ ਪਾਈਏ, ਕਿਹੜੇ ਮੂੰਹ ਨਾਲ ਪਾਈਏ, ਇਹ ਇੱਕ ਬਹੁਤ ਵੱਡਾ ਧਰਮ ਸੰਕਟ ਸੀਗਾ। ਸਾਨੂੰ ਇੰਝ ਲੱਗਦਾ ਸੀਗਾ ਸੁਖਵਿੰਦਰ ਜੀ ਕਿ ਜੇ ਕਿਸਾਨ ਇੱਧਰ ਨੂੰ ਸੋਚਦੇ ਆ ਮੂਵਮੈਂਟ ਦੇ ਦੌਰਾਨ ਤਾਂ ਫਿਰ ਉਸ ਮੂਵਮੈਂਟ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ। ਔਰ ਕਿਸਾਨ ਵੀਰਾਂ ਨੇ ਵੀ, ਖਾਸ ਕਰਕੇ ਬਲਬੀਰ ਸਿੰਘ ਰਾਜੇਵਾਲ ਨਾਲ ਜਦੋਂ ਵੀ ਗੱਲ ਕਦੀ ਕੋਈ ਵੀ ਕਰਦਾ ਸੀ ਜਾਂ ਅਸੀਂ ਵੀ ਕੋਈ ਇਹੋ ਜਿਹਾ ਸੁਜੈਸ਼ਨ ਦਿੰਦੇ ਸੀ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਗੱਲ ਬਾਰੇ ਬਿਲਕੁਲ ਸੋਚੋ ਵੀ ਨਾ ਕਿ ਇਲੈਕਸ਼ਨਾਂ ਬਾਰੇ। ਕਾਰਨ ਉਹਦਾ ਇਹ ਸੀ ਕਿ ਇਹ ਖਬਰ ਫੈਲਦੀ ਬਹੁਤ ਜਲਦੀ ਨਾਲ ਆ ਔਰ ਉਹ ਸਿੱਧਾ ਸਿੱਧਾ ਸਾਡੇ ਉੱਥੇ ਨੁਕਸਾਨ ਕਰੂਗੀ ਅੰਦੋਲਨ ਨੂੰ। ਇਹ ਗੱਲ ਬੜੀ ਵਾਰ ਕਈ ਅਫਸਰ, ਕਈ ਹੋਰ ਲੋਕ, ਕਈ ਜਥੇਬੰਦੀਆਂ, ਕਈ ਸਮਾਜ ਸੇਵੀ, ਕਈ ਸਿੰਗਰ ਇਹ ਆਪੋ ਆਪਣੇ ਏਜੰਡੇ ਲੈ ਕੇ ਅਲੱਗ-ਅਲੱਗ ਤਰੀਕੇ ਦੇ ਨਾਲ ਪਹੁੰਚਦੇ ਸੀਗੇ ਕਿਸਾਨ ਵੀਰਾਂ ਕੋ, ਕਿਸਾਨ ਲੀਡਰਸ਼ਿਪ ਕੋਲ। ਪਰ ਉਹਨਾਂ ਨੇ ਆਪਣੀ ਇਸ ਗੱਲ ਤੇ ਜ਼ਿੱਦ ਬਣਾਈ ਰੱਖੀ, ਬਲਕਿ ਇੱਥੇ ਤੱਕ ਵੀ ਕੀਤਾ, ਸਾਨੂੰ ਯਾਦ ਆ ਕਿ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਵੀ ਆਪਣੀ ਇਲੈਕਸ਼ਨ ਕੰਪੇਨ ਉਦੋਂ ਤੱਕ ਨਹੀਂ ਸ਼ੁਰੂ ਕਰਨੀ ਜਦ ਤੱਕ ਤੁਹਾਡੇ ਕਿਸਾਨ ਵੀਰ ਉੱਥੇ ਸ਼ਹੀਦ ਹੋ ਰਹੇ ਆ, ਉਹ ਉੱਥੇ ਇੰਨੀ ਦੁੱਖ ਤਕਲੀਫ 'ਚ ਬੈਠੇ ਆ ਤੇ ਤੁਸੀਂ ਚਾਂਬਲਾਂ ਪਾਉਂਦੇ ਫਿਰਦੇ ਆ ਕਿ ਅਸੀਂ ਚੋਣਾਂ ਦੇ ਵਿੱਚ ਆਪਣੇ ਨੰਬਰ ਬਣਾਉਣੇ ਆ। ਔਰ ਉਹਦੇ ਤੇ ਅਸਰ ਹੋਇਆ। ਅਸੀਂ ਸਾਰੇ ਉਸ ਗੱਲ ਦੇ ਵਿੱਚ ਸ਼ਾਮਿਲ ਸੀਗੇ। ਹੁਣ ਕਿਉਂਕਿ ਇੱਕ ਪੂਰਾ ਫੇਜ਼ ਜਿਹੜਾ ਮੂਵਮੈਂਟ ਦਾ ਸੀ ਉਹ ਖਤਮ ਹੋ ਗਿਆ। ਮੈਂ ਨਹੀਂ ਕਹਿੰਦਾ ਕਿ ਪੂਰੇ ਮਸਲੇ ਹੱਲ ਹੋ ਗਏ। MSP ਦਾ ਮਸਲਾ, ਹੋਰ ਮਸਲੇ, ਕਈ ਕਰਜ਼ਿਆਂ ਦਾ ਮਸਲਾ, ਖੇਤੀ ਸੰਕਟ ਦਾ ਮਸਲਾ, ਬਹੁਤ ਕੁਝ ਆ, ਮਜ਼ਦੂਰਾਂ ਦੇ ਮਸਲੇ, ਦਲਿਤਾਂ ਦੇ, ਔਰਤਾਂ ਦੇ, ਨੌਜਵਾਨਾਂ ਦੇ ਰੁਜ਼ਗਾਰ ਦੇ, ਇਹ ਸਾਰੇ ਮਸਲੇ ਅਜੇ ਉਸੇ ਤਰ੍ਹਾਂ ਖੜੇ ਆ। ਇਹ ਇਕੱਲੇ ਕਿਸਾਨਾਂ ਨੇ ਨਹੀਂ ਕਰਨੇ, ਸਮੁੱਚੇ ਪੰਜਾਬ ਨੇ ਵੱਡੇ ਪਲੇਟਫਾਰਮ ਬਣ ਕੇ ਲੜਨੇ ਆ। ਪਰ ਕਿਸਾਨ ਜਿੱਥੋਂ ਤੱਕ ਵਾਪਸ ਆ ਗਏ ਆ ਹੁਣ ਇੱਕ ਵਾਰੀ, ਸਾਰਾ ਕੁਝ ਸ਼ੁਕਰਾਨਾ ਵੀ ਕੀਤਾ ਨਤਮਸਤਕ ਹੋ ਕੇ ਗੋਲਡਨ ਟੈਂਪਲ ਵਿੱਚ, ਤੇ ਹੁਣ ਉਹਨਾਂ ਕੋਲ ਵੀ ਕੋਈ ਜਵਾਬ ਨਹੀਂ। ਜਦੋਂ ਉਹਨਾਂ ਦੇ ਪੈਰੋਕਾਰ ਅਨੁਯਾਈ ਸਾਰੇ ਇਹ ਗੱਲ ਪ੍ਰਪੋਜ਼ਲ ਰੱਖਦੇ ਆ ਵੀ ਹੁਣ ਸਾਨੂੰ ਦੱਸੋ ਅਸੀਂ ਕੀ ਕਰੀਏ, ਸਾਡੇ ਕੋਲ ਵੀ ਸੱਚੀ ਗੱਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਅਸੀਂ ਇਹ ਤੇ ਰੋਜ਼ ਇੱਥੇ ਤੁਹਾਡੇ ਇਸੇ ਹੀ ਤਖਤ ਪੰਜਾਬ ਰਾਹੀਂ ਆਪਾਂ ਸਾਂਝੇ ਤੌਰ ਤੇ ਰੋਜ਼ ਇਹ ਗੱਲ ਦਾ ਕਰਦੇ ਹਾਂ ਕਿ ਆ ਵੀ ਮਾੜਾ, ਆ ਵੀ ਮਾੜਾ, ਆ ਵੀ ਮਾੜਾ। ਕਈ ਥੱਲੇ ਕਮੈਂਟ ਪਾਉਂਦੇ ਫਿਰ ਜੇ ਸਾਰੇ ਮਾੜੇ ਅਸੀਂ ਵੋਟ ਘਰੇ ਰੱਖ ਲਈਏ ਐਤਕੀ ਉਹਨੂੰ ਫੂਕ ਕੇ ਚਾਹ ਬਣਾਉਣੀ ਆ ਹੈ ਵੀ ਕੀ ਕਰੀਏ ਦੱਸੋ ਫਿਰ ਤੁਸੀਂ। ਇਹ ਤੇ ਵੀ ਕੋਈ ਗੱਲ ਨਹੀਂ, ਸਾਡੇ ਕੋਲ ਕੋਈ ਬਹੁਤਾ ਰਸਤਾ ਸੱਚੀ ਮੁੱਚੀ ਕੋਈ ਨਜ਼ਰ ਉਸ ਕਿਸਮ ਦਾ ਨਹੀਂ ਸੀ ਆਉਂਦਾ। ਅਸੀਂ ਇਹੋ ਕਹਿੰਦੇ ਸੀ ਕਿ ਜਿਹੜੇ ਤੁਹਾਨੂੰ ਠੀਕ ਕੈਂਡੀਡੇਟ ਲੱਗਦੇ ਕਿਸੇ ਵੀ ਪਾਰਟੀ ਦੇ ਹੁਣ ਪਾ ਦਿਓ ਵੀ ਹੁਣ ਅਸੀਂ ਕੀ ਕਰ ਸਕਦੇ ਹਾਂ। ਅਸੀਂ ਆਪ ਤੇ ਕੋਈ ਕੈਂਡੀਡੇਟ ਹੈ ਨਹੀਂ, ਨਾ ਸਾਨੂੰ ਕੋਈ ਬਹੁਤੀ ਤਮੰਨਾ ਆ ਲੀਡਰ ਬਣਨ ਦੀ। ਪਰ ਹੁਣ ਇਹੀ ਦਬਾਅ ਕਿਉਂਕਿ ਲਗਾਤਾਰ ਕਿਸਾਨ ਅੰਦੋਲਨ ਤੇ ਜਾਂ ਕਿਸਾਨ ਲੀਡਰਾਂ ਤੇ ਵੀ ਸੀਗਾ ਔਰ ਕੁਛ ਉਹਨਾਂ ਚੋਂ ਪਹਿਲਾਂ ਹੀ ਪਾਰਟੀਆਂ ਕਿਸਾਨ ਯੂਨੀਅਨਾਂ ਚੋਣਾਂ 'ਚ ਹਿੱਸਾ ਲੈਂਦੀਆਂ ਸੀ, ਉਹਨਾਂ ਦੀਆਂ ਪਾਰਟੀਆਂ ਹਿੱਸਾ ਲੈਂਦੀਆਂ ਸੀ ਜੋ ਆਪ ਸਿੱਧੇ ਤੌਰ ਤੇ ਨਹੀਂ ਵੀ ਲੈਂਦੇ ਸੀ। ਉਹਨਾਂ ਨੇ ਇੱਕ ਰਾਏ ਬਣਾਈ ਹੈ ਕਿ ਅਸੀਂ ਕੋਈ ਟੱਚ ਮੀ ਨਾਟ ਨਹੀਂ ਹੈ, ਅਸੀਂ ਉਹਨਾਂ ਸਾਰੇ ਲੋਕਾਂ ਨਾਲ ਖਲੋਣ ਦਾ ਫੈਸਲਾ ਕੀਤਾ ਜਿਹੜੇ ਇਹ ਚਾਹੁੰਦੇ ਸੀ ਕਿ ਇਹ ਕੁਛ ਨਾ ਕੁਛ ਰਾਜਨੀਤੀ ਦੇ ਵਿੱਚ ਕਿਸਾਨਾਂ ਨੂੰ, ਰਾਜਨੀਤੀ ਉਸ ਕਿਸਮ ਦੀ ਰਾਜਨੀਤੀ ਨਹੀਂ ਜਿਹੜੀ ਪੋਲੀਟੀਕਲ ਪਾਰਟੀਆਂ ਦੀ, ਪਰ ਜਿਹੜੀ ਲੋਕ ਨੀਤੀ ਦੀ ਰਾਜਨੀਤੀ ਹੈਗੀ, ਲੋਕਾਂ ਦੇ ਹੱਕਾਂ ਨੂੰ ਅੱਗੇ ਸਟਰੈਂਥਨ ਕਰਨ ਲਈ ਉਹਨਾਂ ਨੂੰ ਇੱਕ ਮੁੱਠ ਕਿਵੇਂ ਰੱਖਣਾ, ਇੱਕ ਜੁਟਤਾ ਕਿਵੇਂ ਰੱਖਣੀ ਆ, ਉਸ ਸਾਰੇ ਬਾਰੇ ਇਹ ਉਹਨਾਂ ਨੇ ਚਰਚਾ ਕੀਤੀ। ਲੰਬੀਆਂ ਚਰਚਾਵਾਂ ਹੋਈਆਂ ਤੇ ਜੋ ਮੈਨੂੰ ਖਬਰਾਂ ਮਿਲ ਰਹੀਆਂ ਉਹਦੇ ਚੋਂ ਇਹ ਅੰਦਾਜ਼ਾ ਲੱਗ ਰਿਹਾ ਕਿ ਛੇਤੀ ਹੀ ਇੱਕ ਅੱਧੇ ਦਿਨ 'ਚ ਹੀ ਕੋਈ ਨਾ ਕੋਈ ਐਲਾਨ ਇਹੋ ਜਿਹਾ ਕਿਸਾਨ ਵੀਰ ਸਾਂਝੇ ਤੌਰ ਤੇ ਕਰ ਸਕਦੇ ਆ ਕਿ ਜਿਹਦੇ 'ਚ ਉਹ ਲੋਕਾਂ ਨੂੰ ਉਹ ਜਗ੍ਹਾ, ਉਹ ਪਲੇਟਫਾਰਮ ਦੱਸ ਦੇਣਗੇ, ਉਹ ਬਕਸਾ ਉੱਥੇ ਰੱਖ ਦੇਣਗੇ। ਕਹਿਣ ਦਾ ਮਤਲਬ
ਜਿੱਥੇ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਅਸੀਂ ਵੋਟ ਕਿੱਥੇ ਪਾਈਏ। ਜਿਹੜੀ ਗੱਲ ਤੁਸੀਂ ਕਹਿੰਦੇ ਆ ਕਿ ਕੋਈ ਕੇਜਰੀਵਾਲ ਵੱਲ ਕਹਿੰਦਾ, ਕੋਈ ਕਿੱਦਾਂ ਕਹਿੰਦਾ, ਇਹ ਗੱਲਾਂ ਬੜੀਆਂ ਚੱਲੀਆਂ। ਜੋ ਸਾਨੂੰ ਅੰਦਾਜ਼ਾ ਲੱਗ ਰਿਹਾ ਉਹ ਇਸ ਗੱਲ ਦਾ ਲੱਗ ਰਿਹਾ ਹੈ ਕਿ ਪਾਰਟੀਆਂ ਨਾਲ ਸਾਰਾ ਟੁੱਟ ਨਹੀਂ ਹੋ ਰਿਹਾ ਕਿਤੇ ਵੀ, ਕਿਉਂਕਿ ਜਿਉਂ ਹੀ ਕਿਸੇ ਕੋਈ ਵੀ ਯੂਨੀਅਨਾਂ ਦਾ ਪਲੇਟਫਾਰਮ ਕਿਸੇ ਵੀ ਪਾਰਟੀ 'ਚ ਜਾਂਦਾ ਤੇ ਉਹਨਾਂ ਦੇ ਅੰਦਰ ਵੀ ਬਖੇੜਾ ਪਊਗਾ, ਕਿਉਂਕਿ ਇੱਕ ਯੂਨੀਅਨ ਤੇ ਹੈ ਨਹੀਂ ਕਿ ਜਿਹੜੀ ਚੱਕ ਕੇ ਸਾਰਾ ਟਿੰਡ ਫੌੜੀ ਉੱਥੇ ਜਾ ਕੇ ਬਹਿ ਜਾਣਗੇ ਵੀ ਇਹਦੇ ਨਾਲ ਚਲੇ ਜਾਓ, ਇਹਦੇ ਨਾਲ ਚਲੇ ਜਾਓ। ਤੇ ਜਦੋਂ ਸਮੁੱਚੇ ਅਲੱਗ-ਅਲੱਗ ਸ਼ੇਡ ਦੇ ਲੋਕ, ਉਹਦੇ 'ਚ ਲੈਫਟ ਵੀ ਆ, ਸੈਂਟਰਿਸਟ ਵੀ ਆ, ਹੋਰ ਵੀ ਹੈ, ਕਈ ਨਵੇਂ ਕਨਵਰਟ ਹੋਏ ਲੈਫਟ ਵੀ ਹੈਗੇ ਆ, ਉਹ ਸਾਰੇ ਜਿਹੜੇ ਆ ਉਹਨਾਂ ਨੂੰ ਤੁਸੀਂ ਕਿਸੇ ਪਾਰਟੀ ਇੱਕ ਦੇ ਪਿੱਛੇ ਕਿਵੇਂ ਲਾ ਦੋਗੇ? ਬਿਲਕੁਲ ਔਖਾ ਹੈ। ਉਹਨਾਂ ਨੇ ਫਿਰ ਵਾਇਆ ਮੀਡੀਆ ਇਸ ਪਾਸੇ ਨੂੰ ਕੱਢ ਰਹੇ ਆ ਹੌਲੀ-ਹੌਲੀ, ਸਟੈਪ ਬਾਈ ਸਟੈਪ, ਕਿ ਹੋਵੇ ਨਾ ਤੇ ਅਸੀਂ ਆਪਣਾ ਹੀ ਪਲੇਟਫਾਰਮ ਬਣਾਈਏ ਤੇ ਉਹ ਸਾਰੇ ਲੋਕਾਂ ਨੂੰ ਇੱਕ ਬਕਸਾ ਦੇ ਦਈਏ, ਜਿੱਥੇ ਕਿਸਾਨਾਂ ਦਾ ਬਕਸਾ ਹੋਵੇ, ਜਿੱਥੇ ਵੋਟ ਪਾ ਲੈਣ। ਉਹ ਜਾਨੀ ਦੱਬਣਗੇ ਤੇ ਬਟਨ ਹੀ, ਪੁਰਾਣਾ ਬਕਸਾ ਚੱਲਦਾ ਸੀ, ਪਰਚੀ ਪਾਉਂਦੇ ਸੀ, ਤੇ ਉਹ ਫਿਰ ਉਹਨਾਂ ਦਾ ਵੀ ਬਟਨ ਜਿਹੜਾ ਉੱਥੇ ਨਾਲੋਂ ਨਾਲ ਬਾਕੀ ਬਟਨਾਂ ਦਾ EVM ਦੇ ਉੱਤੇ ਚੱਲੂਗਾ। ਇਸ ਕਿਸਮ ਦੇ ਸਾਨੂੰ ਕਿਆਸ ਰਾਈਆਂ ਅੰਦਾਜ਼ੇ ਕਾਫੀ ਮਿਲ ਰਹੇ। ਹਾਂਜੀ ਬਿਲਕੁਲ ਜਿੱਥੇ ਤੱਕ ਗੱਲ ਪ੍ਰੋਫੈਸਰ ਸਾਹਿਬ ਸਮਝੌਤੇ ਦੀ ਸੀ ਕਿ ਕਿਹਦੇ ਨਾਲ ਰਲ ਕੇ ਅੱਗੇ ਚੱਲਣਾ ਹੈ, ਜੇ ਗੱਲ ਉਹੀ ਆ ਕਿ ਤੁਸੀਂ ਕੇਂਦਰੀ ਪਾਰਟੀਆਂ ਤੇ ਆਧਾਰਿਤ ਰਹਿਣਾ, ਜੇ ਤੁਸੀਂ ਆਮ ਆਦਮੀ ਪਾਰਟੀ ਨਾਲ ਜਾਣਾ, ਤਾਂ ਲੋਕ ਕਹਿੰਦੇ ਫਿਰ ਬੀਜੇਪੀ ਮਾੜੀ ਸੀ, ਤੁਸੀਂ ਬੀਜੇਪੀ ਨਾਲ ਚੱਲ ਪਓ। ਮਤਲਬ ਕਿ ਲੋਕ ਤੰਜ ਕੱਸ ਰਹੇ ਨੇ ਕਿ ਕਿਸਾਨ ਜਿਹੜਾ ਉਹ ਆਪਣੇ ਬਲਬੂਤੇ ਤੇ ਜੇ ਆਉਣਾ ਚਾਹੁੰਦੇ ਨੇ ਤਾਂ ਆਉਣ, ਉਹਨਾਂ ਦਾ ਵੈਲਕਮ ਹੈ, ਪਰ ਥੋੜਾ ਜਿਹਾ ਇਲੈਕਟਰਲ ਪ੍ਰੋਸੀਜਰ ਵੀ ਸਮਝਾਓ ਕਿ ਚੋਣ ਕਮਿਸ਼ਨ ਦੇ ਕੋਲ ਜਾਣਾ, ਉੱਥੇ ਜਾ ਕੇ ਆਪਣੇ ਆਪ ਨੂੰ ਮਾਨਤਾ ਦਿਵਾਉਣੀ, ਚੋਣ ਨਿਸ਼ਾਨ ਲੈਣਾ, ਇਹ ਸਾਰਾ ਕੁਝ ਸੁਖਾਲਾ ਹੋ ਜਾਣਾ, ਅੱਗੇ ਚੋਣ ਜ਼ਾਬਤਾ ਵੀ ਲੱਗਣ ਵਾਲਾ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਡਾਕਟਰ ਸਵੈਮਾਨ ਸਿੰਘ ਜਿਹੜੇ ਅਮਰੀਕਾ ਤੋਂ, ਉਹਨਾਂ ਨੇ 11 ਮਹੀਨੇ ਉੱਥੇ ਲਾਏ ਆ, ਉਹ ਵੀ ਬਾਰ-ਬਾਰ ਇਹ ਕਹਿੰਦੇ ਸੀ ਕਿ ਕਿਸੇ ਪਾਰਟੀ ਨਾਲ ਅਸੀਂ ਨਹੀਂ ਜਾਵਾਂਗੇ, ਸਾਨੂੰ ਆਪਣਾ ਪਲੇਟਫਾਰਮ ਬਣਾਉਣਾ ਚਾਹੀਦਾ, ਨਹੀਂ ਤੇ ਅਸੀਂ ਉਸ ਪਲੇਟਫਾਰਮ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨੂੰ ਕਮਜ਼ੋਰ ਕਰਾਂਗੇ। ਜਿਹੜੀ ਗੱਲ ਤੁਹਾਡੀ ਤੁਸੀਂ ਸਵਾਲ ਮੈਨੂੰ ਕੀਤਾ, ਮੈਂ ਉਸ ਤੇ ਆਵਾਂ ਕਿ ਕਿਵੇਂ ਇਹ ਪ੍ਰੋਸੀਜਰ ਕੀ ਹੋਊਗਾ, ਕਿੱਦਾਂ ਹੋਊਗਾ। ਇਹ ਗੱਲ ਵੀ ਠੀਕ ਹੈ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਕਿ ਆਮ ਆਦਮੀ ਪਾਰਟੀ ਜਾਂ ਕਿਸੇ ਵੀ ਹੋਰ ਨਾਲ ਜਾਣ ਨੂੰ ਲੋਕ ਇਹ ਕਮੈਂਟ ਕਰ ਰਹੇ ਆ ਕਿ ਇਹਦੇ ਨਾਲ ਤਾਂ ਬੀਜੇਪੀ 'ਚ ਜਾਓ। ਬਿਲਕੁਲ ਠੀਕ ਕਹਿ ਰਹੇ ਆ ਲੋਕ, ਮੈਂ ਬਿਲਕੁਲ ਇਸ ਗੱਲ ਨਾਲ ਐਗਰੀ ਕਰਦਾ ਕਿ ਤੁਸੀਂ ਛੋਟੇ ਮੋਦੀ ਕੋਲ ਜਾਣਾ ਕਿ ਵੱਡੇ ਮੋਦੀ ਕੋਲ ਜਾਣਾ, ਤੇ ਫਿਰ ਤੁਸੀਂ ਵੱਡੇ ਮੋਦੀ ਕੋਲ ਜਾਓ, ਸਿੱਧਾ ਹੀ ਤੁਸੀਂ ਨਾਨ ਸਟਾਪ ਗੱਡੀ ਲਾਓ ਨਾ, ਤੁਸੀਂ ਵਿੱਚ ਟੁਚਕ ਕਰਦੀ ਗੱਡੀ ਕਿਉਂ ਚਲਾਉਣੀ ਆ? ਇਹ ਜਿਹੜੇ ਕੇਜਰੀਵਾਲ ਦੀ ਸੋਚ, ਕਿ ਜਿਹੜੇ ਮੁੱਖ ਏਜੰਡੇ ਸੀਗੇ ਸਾਰੇ, ਕੇਜਰੀਵਾਲ ਦਾ ਸਟੈਂਡ ਕੀ ਸੀ? ਬੀਜੇਪੀ ਦਾ ਸਟੈਂਡ ਸੀਗਾ, ਧਾਰਾ 370 ਹਟਾਉਣੀ ਚਾਹੀਦੀ ਆ ਜੀ, ਸੀਏ ਜਿਹੜਾ ਆ ਠੀਕ ਆ, ਹਾਂਜੀ ਕੇਜਰੀਵਾਲ ਕਹਿੰਦਾ ਠੀਕ ਆ ਜੀ, ਉੱਥੇ ਦੰਗੇ ਹੋ ਰਹੇ ਆ, ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ, ਹੋ ਰਿਹਾ ਸੀਏ ਦੇ ਸੰਬੰਧ ਦੇ ਵਿੱਚ, ਔਰ ਸ਼ਰੇਆਮ ਲਲਕਾਰ ਕੇ ਗੋਲੀਆਂ ਚੱਲੀਆਂ ਉਹਨਾਂ ਜਲੂਸਾਂ ਜਲਸਿਆਂ ਦੇ ਵਿੱਚ। ਤੁਸੀਂ ਦੇਖਿਆ ਸ਼ਹੀਨ ਬਾਗ ਦਾ ਸਾਰਾ ਦੇਖਿਆ, ਸੀਨ ਦੇਖਿਆ, ਕਿਸੇ ਨੇ ਕੋਈ ਕੰਡੈਮਨੇਸ਼ਨ ਨਹੀਂ ਕੀਤੀ, ਕਿਸੇ ਨੇ ਉਹ ਦੰਗੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਇਹ ਗੱਲ ਕੁੱਲ ਮਿਲਾ ਕੇ ਕਹਿਣੀ ਚਾਹੁੰਦਾ ਆ ਕਿ ਜਿਸ ਕਿਸਮ ਦਾ ਇਹ ਲੋਕ ਕਹਿ ਰਹੇ ਆ, ਇਹ ਠੀਕ ਕਹਿ ਰਹੇ ਆ। ਉਹ ਕੀ ਕਹਿ ਰਹੇ ਆ ਕਿ ਜੇ ਤੁਸੀਂ ਇਸ ਕਿਸਮ ਦੀ ਰਾਈਟ ਫੋਰਸ ਦੇ ਨਾਲ, ਸੱਜੀ ਤਾਕਤ ਦੇ ਨਾਲ ਜਾਣਾ ਆ, ਸੈਂਟਰ ਰਾਈਟ ਦੇ ਨਾਲ, ਕੇਜਰੀਵਾਲ ਦੇ ਨਾਲ, ਜਿਨ੍ਹਾਂ ਦਾ ਕੰਮ ਕਦੀ ਕਿਤੇ ਜਿਹੜਾ ਇਹੋ ਜਿਹਾ ਕੁੱਲ ਮਿਲਾ ਕੇ ਹੋ ਰਿਹਾ ਜੀ, ਕਿ ਜਾਂਦੇ ਆ ਜਦੋਂ ਉੱਤਰਾਖੰਡ ਦੇ ਵਿੱਚ ਤਾਂ ਉੱਥੇ ਗੱਲ ਹੋਰ ਕਰਦੇ ਆ, ਜਦੋਂ ਯੂਪੀ ਜਾਂਦੇ ਆ ਗੱਲ ਹੋਰ ਕਰਦੇ ਆ, ਗੋਆ ਜਾਂਦੇ ਆ ਉੱਥੇ ਤੇ ਇਹ ਧਰਮਾਂ ਦਾ ਸਾਰਾ ਕਰਦੇ, ਇੱਥੇ ਆਉਂਦੇ ਆ ਤੇ ਇੱਥੇ ਥੋੜਾ ਜਿਹਾ ਤਿਰੰਗਾ ਮਾਰਚ ਕਰਦੇ ਆ। ਇਹ ਤਿਰੰਗੇ ਮਾਰਚ ਦਾ ਜਲੰਧਰ ਦੇ ਵਿੱਚ ਤੇ ਪਠਾਨਕੋਟ 'ਚ ਕੀ ਮਤਲਬ ਹੈ ਜੀ? ਸਾਡੇ ਕੋਈ ਅਸੀਂ ਦੇਸ਼ ਭਗਤ ਨਹੀਂ ਹੈ? ਸਾਨੂੰ ਦੱਸਣਾ ਪਊਗਾ ਲੋਕਾਂ ਨੂੰ ਕਿ ਅਸੀਂ ਦੇਸ਼ ਭਗਤ ਆ। ਤਿਰੰਗਾ ਮਾਰਚ ਹੀ ਬੀਜੇਪੀ ਹਰਿਆਣੇ 'ਚ ਕਰ ਰਹੀ ਹੈ, ਲਗਾਤਾਰ ਕੀਤਾ। ਪਿੱਛੇ ਤੁਹਾਨੂੰ ਪਤਾ ਜਦੋਂ ਲੋਕ ਉਹਨਾਂ ਨੂੰ ਤੱਤੇ ਚਿਮਟੇ ਨਾਲ ਨਹੀਂ ਸੀ ਛੂੰਹਦੇ, ਉਹਨਾਂ ਨੇ ਕਿਹਾ ਕਿ ਤਿਰੰਗਾ ਫੜ ਲਓ, ਉਹਦੀ ਬੇਇੱਜ਼ਤੀ, ਉਹਦੀ ਇੱਜ਼ਤ ਦੇ ਨਾਲ ਹੀ ਉਹਦੇ ਥੱਲੇ ਅਸੀਂ ਆਪਣਾ ਜਲੂਸ ਕੱਢ ਲਾਂਗੇ। ਕਿਸਾਨ ਜਿਹੜੇ ਆ ਇਸ ਗੱਲ ਤੋਂ ਥੋੜਾ ਸ਼ਰਮ ਕਰਨਗੇ। ਇਹ ਸਾਰੀਆਂ ਗੱਲਾਂ ਨੂੰ ਜਦੋਂ ਕੜੀਆਂ ਨੂੰ ਜੋੜ ਕੇ ਦੇਖੋ ਤਾਂ ਲੋਕ ਸਿਆਣੇ ਆ, ਲੋਕ ਠੀਕ ਕਹਿ ਰਹੇ ਆ ਕਿ ਆਪਾਂ ਜੇ ਜਾਣਾ ਹੀ ਹੈ ਕਿਸੇ ਪਾਰਟੀ ਦੇ ਨਾਲ ਤੇ ਐਕਸਪ੍ਰੈਸ ਗੱਡੀ 'ਚ ਬੈਠੋ, ਜਿਹਦੇ ਇੰਜਣ ਵੀ ਏਡਾ ਤਕੜਾ ਹੈ, ਗੁਜਰਾਤੀ ਇੰਜਣ,
ਉਹਦੇ 'ਚ ਬਹਿ ਜਾਓ ਬੀਜੇਪੀ 'ਚ ਤੇ ਤੁਹਾਨੂੰ ਜ਼ਿਆਦਾ ਹਿੱਸਾ ਪਾਵਰ ਦਾ ਰਾਜਨੀਤਿਕ ਸ਼ਕਤੀ ਦਾ ਮਿਲ ਜੂ। ਮੈਨੂੰ ਲੱਗਦਾ ਕਿ ਜੋ ਮੇਰੀ ਇਹ ਸੋਚ ਵੀ ਹੈ ਜਾਂ ਜੋ ਮੈਨੂੰ ਫੀਡਬੈਕ ਵੀ ਮਿਲ ਰਹੀ ਆ, ਉਹਦੇ 'ਚ ਕੁੱਲ ਮਿਲਾ ਕੇ ਇਹੋ ਜਿਹਾ ਹੈਗਾ ਕਿ ਨਹੀਂ, ਅਸੀਂ ਆਪਣਾ ਹੀ ਪਲੇਟਫਾਰਮ ਬਣਾ ਕੇ ਚੱਲੀਏ। ਛੇਤੀ ਉਹਦਾ ਤੁਹਾਡੇ ਸਾਹਮਣੇ ਕੋਈ ਐਲਾਨ ਅੱਜ ਦੀ ਤਰੀਕ ਦੇ ਵਿੱਚ ਹੀ ਹੋ ਸਕਦਾ ਹੈ ਜਾਂ ਇੱਕ ਅੱਧੇ ਦਿਨ 'ਚ ਠਹਿਰ ਕੇ ਵੀ ਹੋ ਸਕਦਾ। ਬਿਲਕੁਲ, ਜਿੱਥੇ ਤੱਕ ਗੱਲ ਪ੍ਰੋਫੈਸਰ ਸਾਹਿਬ ਰਾਜੇਵਾਲ ਸਾਹਿਬ ਦੀ ਹੈ, ਚਿਹਰਾ ਕਹਿੰਦੇ ਰਾਜੇਵਾਲ ਸਾਹਿਬ ਹੋਣਗੇ। ਚੜੂਨੀ ਸਾਹਿਬ ਵੀ ਉਦੋਂ ਟੱਕਰ ਦੇਣ ਨੂੰ ਤਿਆਰ ਨੇ। ਦੂਜੇ ਪਾਸੇ ਲੱਖਾ ਸਿਧਾਣਾ ਜਿਹੜਾ ਉਹ ਵੀ ਆਪਣੇ ਮੈਦਾਨ ਦੇ ਵਿੱਚ ਪੱਤੇ ਖੋਲ ਚੁੱਕਿਆ ਆ। ਗੱਲ ਏਦਾਂ ਹੈ ਕਿ ਹੁਣ ਐ ਲੱਗਦਾ ਕਿ ਪੰਜਾਬ ਦਾ ਸਿਆਸੀ ਸਮੀਕਰਨ ਬੜੀ ਤੇਜ਼ੀ ਦੇ ਨਾਲ ਬਦਲ ਜਾਣਾ। ਹੁਣ ਜਿਹੜਾ ਝੁਕਾਅ ਕਦੇ ਕਾਂਗਰਸ ਵੱਲ ਲੱਗਦਾ ਸੀ ਜਾਂ ਅਕਾਲੀਆਂ ਵੱਲ ਲੱਗਦਾ ਸੀ ਮਾੜਾ ਮੋਟਾ, ਜਾਂ ਆਮ ਆਦਮੀ ਪਾਰਟੀ ਵੱਲ ਲੱਗਦਾ ਸੀ, ਜੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਜਾਂ ਪੰਜਾਬ ਦੀਆਂ 32 ਜਥੇਬੰਦੀਆਂ ਮੈਦਾਨ 'ਚ ਆਉਂਦੀਆਂ ਤਾਂ ਰਾਜੇਵਾਲ ਸਾਹਿਬ ਕਹਿੰਦੇ ਚਿਹਰਾ ਬਣਾ ਕੇ ਇੱਕ ਵੱਡਾ ਬਦਲਾਅ ਲਿਆ ਸਕਦੇ ਨੇ ਸਿਆਸਤ ਦੇ ਵਿੱਚ। ਦੇਖੋ, ਆਪਾਂ ਬਹੁਤਾ ਪੰਡਤਾਊਪੁਣਾ ਤੇ ਨਾ ਕਰੀਏ। ਜਿਹੜਾ ਹੁੰਦਾ ਨਾ ਹੱਥ ਵੇਖ ਕੇ ਸਾਰਾ ਦੱਸ ਦੇਣਾ ਕਿ ਕੱਲ ਨੂੰ ਕੀ ਹੋਊ, ਪਰਸੋਂ ਨੂੰ ਕੀ ਹੋਊ, 3 ਮਹੀਨਿਆਂ ਬਾਅਦ ਕੀ ਹੋਊ, ਇਹ ਨਹੀਂ, ਇਹ ਬਹੁਤ ਕੁਝ ਬਦਲਣਾ। ਪਰ ਇਹ ਗੱਲ ਇੱਕ ਰਾਹਤ ਵਾਲੀ ਹੈ ਕਿ ਕਿਸਾਨ ਉਹਨਾਂ ਸਾਰੇ ਲੋਕਾਂ ਨੂੰ ਮੌਕਾ ਦੇਣਗੇ ਜਿਹੜੇ ਜਿਨ੍ਹਾਂ ਨੂੰ ਇਹ ਨਹੀਂ ਸੀ ਲੱਗਦਾ, ਪਤਾ ਨਹੀਂ ਸੀ ਲੱਗਦਾ ਕਿ ਅਸੀਂ ਜਿਨ੍ਹਾਂ ਪਾਰਟੀਆਂ ਨੂੰ ਇੰਨੀ ਦੇਰ ਤੱਕ ਬੰਦ ਕਰ, ਜਿਨ੍ਹਾਂ ਨੂੰ ਦੇਖਣਾ ਨਹੀਂ ਸੀ ਚਾਹੁੰਦੇ, ਅਸੀਂ ਅਲੱਗ ਉਹਨਾਂ ਤੋਂ ਰਹੇ ਹਾਂ, ਹੁਣ ਉਹਨਾਂ ਨੂੰ ਦੁਬਾਰਾ ਤੇ ਨਹੀਂ ਵੋਟ ਪਾਉਣ ਦੀ ਜੀ ਕਰਦਾ। ਇਹ ਛੋਟੀ ਰਾਹਤ ਹੈ ਉਹਨਾਂ ਲੋਕਾਂ ਨੂੰ। ਉਹਨਾਂ ਦਾ ਕਿੱਡਾ ਬੋਝ ਤੇ ਕਿੱਡਾ ਧਰਮ ਸੰਕਟ, ਇਹ ਜਦੋਂ ਵੀ ਇਹ ਐਲਾਨ ਹੁੰਦਾ, ਜੇ ਹੁੰਦਾ ਤਾਂ ਇਹ ਕਿੱਡਾ ਉਹਨਾਂ ਦਾ ਧਰਮ ਸੰਕਟ ਤੋਂ ਉਹਨਾਂ ਨੂੰ ਬਾਹਰ ਕਰਨ ਵਾਲੀ ਇੱਕ ਰਾਹਤ ਦੀ ਖਬਰ ਹੋਊਗੀ। ਹਾਂਜੀ ਪ੍ਰੋਫੈਸਰ, ਹੁਣ ਮੈਂ ਅਗਲੀ ਗੱਲ ਜਿਹੜੀ ਸੌਰੀ ਮੈਂ ਇੱਕ ਗੱਲ ਵਿੱਚੋਂ ਟੋਕ ਕੇ ਥੋੜੀ ਜਿਹੀ ਕਹਿਣੀ ਚਾਹੁੰਦਾ ਸੀ। ਮਿੰਦਰ, ਤੁਸੀਂ ਇੱਕ ਬਹੁਤ ਅਹਿਮ ਸਵਾਲ ਕੀਤਾ ਸੀਗਾ, ਮੇਰੇ ਜ਼ਿਹਨ ਚੋਂ ਚਲਾ ਗਿਆ ਕਿ ਚੜੂਨੀ ਸਾਹਿਬ ਦਾ ਕੀ ਬਣ। ਚੜੂਨੀ ਸਾਹਿਬ ਦਾ ਜਿਸ ਤਰ੍ਹਾਂ ਉਹਨਾਂ ਨੇ ਇਹ ਕਹਿੰਦੇ ਸੀ ਲੀਹ ਪਾੜ ਕੇ ਚੱਲਦੇ ਸੀ, ਲੀਹ ਪਾੜ ਕੇ ਤੇ ਨਹੀਂ ਚੱਲਣਾ ਚਾਹੀਦਾ। ਉਹਨਾਂ ਨੂੰ ਥੋੜਾ ਜਿਹਾ ਇਸ ਗੱਲ ਦੀ ਵਾਰਨਿੰਗ ਵੀ ਦਿੱਤੀ ਗਈ ਸੰਯੁਕਤ ਕਿਸਾਨ ਮੋਰਚੇ ਚੋਂ ਸਸਪੈਂਡ ਕਰਕੇ, ਉਹ ਫਿਰ ਵੀ ਨਹੀਂ ਹਟੇ। ਕਹਿੰਦੇ ਕਰੀ ਜਾਣ, ਮੇਰਾ ਤੇ ਮਿਸ਼ਨ ਪੰਜਾਬ ਆ। ਹੁਣ ਉਹ ਮਿਸ਼ਨ ਹਰਿਆਣਾ ਹੋਊਗਾ ਜਿਹੜਾ ਉਹਨਾਂ ਦਾ ਹੋਊਗਾ, ਮਿਸ਼ਨ ਪੰਜਾਬ ਤੇ ਨਹੀਂ ਹੁੰਦਾ। ਕਾਰਨ ਉਹਦਾ ਇਹ ਹੈਗਾ ਕਿ ਜਦੋਂ ਇਹ ਬੰਦੇ ਮੈਦਾਨ 'ਚ ਨਿੱਤਰ ਗਾਉਣਗੇ, ਜਾਂ ਤੇ ਉਹਨਾਂ ਦੇ ਨਾਲ ਰਲ ਕੇ ਚੱਲਣਗੇ ਜਾਂ ਤੇ ਵਿੱਚੇ ਦੁਬਾਰਾ ਆ ਜਾਣਗੇ। ਚੜੂਨੀ ਸਾਹਿਬ ਵੀ ਜਿਵੇਂ ਸੰਯੁਕਤ ਕਿਸਾਨ ਮੋਰਚਾ ਹੈਗਾ, ਜੇ ਉਹਨਾਂ ਦਾ ਜੀ ਕਰਦਾ। ਪਰ ਕਿਉਂਕਿ ਇਹ ਪੰਜਾਬ ਦੀਆਂ 32 ਯੂਨੀਅਨਾਂ ਦਾ ਹੋਊਗਾ, ਉਹਨਾਂ ਦੀ ਯੂਨੀਅਨ ਹਰਿਆਣੇ 'ਚ ਹੈਗੀ, ਤੇ ਇਹ ਉਹ ਕੰਮ ਨਹੀਂ ਚੱਲੂਗਾ, ਹੈ ਨਾ। ਉਹ ਫਿਰ ਉਹਨਾਂ ਨੂੰ ਵਿੱਚ ਉਹ ਹਰਿਆਣੇ 'ਚ ਤੇ ਆਪਣਾ ਮਿਸ਼ਨ ਚਲਾ ਪਾਉਣਗੇ, ਇੱਥੇ ਨਹੀਂ ਚਲਾ ਪਾਉਣਗੇ। ਬਿਲਕੁਲ ਬਿਲਕੁਲ। ਮੈਂ ਸਵਾਲ ਹੁਣ ਦੂਜੇ ਪਾਸੇ ਲਿਜਾਣ ਲੱਗਿਆ ਸੀ ਕਿ ਕਾਂਗਰਸ ਦੀ ਸਿਆਸਤ, ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਉਹਨਾਂ ਦੀ ਜ਼ਮਾਨਤ ਅਰਜ਼ੀ, ਅਗਾਊਂ ਜ਼ਮਾਨਤ ਅਰਜ਼ੀ, ਉਹ ਖਾਰਜ ਹੋ ਗਈ ਮੋਹਾਲੀ ਕੋਰਟ ਤੋਂ। ਹੁਣ ਉਹ ਕਹਿੰਦੇ ਹਾਈ ਕੋਰਟ ਦਾ ਰੁਖ ਕਰਨ ਵਿੱਚ 2 ਦਿਨ ਦਾ ਸਮਾਂ ਆ। ਪੁਲਿਸ ਕਹਿੰਦੇ ਚਾਰੋਂ ਪਾਸੇ ਫੈਲੀ ਹੋਈ ਹੈ ਕਿ ਮਜੀਠੀਆ ਕਿੱਥੇ ਆ, ਲੱਭ ਲਓ। ਪਰ ਜਿਹੜੇ ਉਹਨਾਂ ਦੇ ਮਜੀਠੀਆ ਦੇ ਹਮਾਇਤੀ ਨੇ, ਉਹ ਕਹਿੰਦੇ ਕਿ ਉਹ ਮਜੀਠਾ ਦੇ ਵਿੱਚ ਹੀ ਬੈਠੇ ਨੇ। ਬੜੀ ਅਜੀਬੋ-ਗਰੀਬ ਸਥਿਤੀ ਬਣੀ ਹੋਈ ਹੈ ਇੱਧਰ। ਇਹਦਾ ਮਤਲਬ ਤੇ ਇਹ ਆ ਕਿ ਸਰਕਾਰ ਮਜੀਠੀਏ 'ਚ ਹੈ ਨਹੀਂ, ਉੱਥੇ ਮਜੀਠੀਏ ਦਾ ਰਾਜ ਆ, ਉੱਥੇ ਕੋਈ ਵੜ ਨਹੀਂ ਸਕਦਾ। ਇਹਦਾ ਮਤਲਬ ਤੇ ਇਹੋ ਹੀ ਨਿਕਲਦਾ ਵੀ ਦੇयर इज ए ਸਟੇਟ ਵਿਦਨ ਅ ਸਟੇਟ। ਉੱਥੇ ਮਹਾਰਾਜਾ ਮਜੀਠੀਆ ਜੀ ਹੋਣਗੇ ਜਿਨ੍ਹਾਂ ਦੀ ਕਾਂਸਟੀਚੁਐਂਸੀ 'ਚ ਪੁਲਿਸ ਨਹੀਂ ਕੰਮ ਕਰਦੀ। ਜਿਹੜੀ ਪੁਲਿਸ ਇੱਥੇ ਕੰਮ ਕਰਦੀ ਆ, ਉਹ ਮਜੀਠੀਆ ਨੂੰ ਪੁੱਛ ਕੇ ਕਰਦੀ ਹੋਊਗੀ, ਰੰਧਾਵਾ ਨੂੰ ਜਾਂ ਚੰਨੀ ਨੂੰ ਪੁੱਛ ਕੇ ਨਹੀਂ ਚੱਲਦੀ ਹੋਊਗੀ, ਹੋਮ ਮਿਨਿਸਟਰ ਨੂੰ। ਇਹਦਾ ਮਤਲਬ ਮੈਂ ਤੇ ਸਿੱਧਾ ਸਿੱਧਾ ਇਹ ਕੱਢਦਾ, ਜਾਂ ਇਹ ਕੱਢਦਾ ਆ ਕਿ ਸਿੱਧੀ ਸਿੱਧੀ ਸਰਕਾਰ ਨੂੰ ਧਮਕੀ ਹੈ ਕਿ ਤੁਸੀਂ ਬਾਹਰ ਤੇ ਹੋਰ ਜਗ੍ਹਾ ਛਾਪੇ ਮਾਰਦੇ ਫਿਰਦੇ ਆ, ਤੁਸੀਂ ਮਜੀਠੀਏ 'ਚ ਆ ਕੇ ਮਾਰ ਕੇ ਵੇਖੋ ਜੇ ਤੁਹਾਨੂੰ ਉੱਥੋਂ ਨਿਕਲ ਦਿੱਤਾ ਜਾਏ। ਜਾਣੀ ਇਹਦਾ ਅਰਥ ਕੀ ਹੈ, ਤੁਸੀਂ ਮੈਨੂੰ ਦੱਸੋ ਨਾ। ਮੇਰਾ ਜੇ ਦਿਮਾਗ ਨਹੀਂ ਕੰਮ ਕਰਦਾ ਵੀ ਇਹਦਾ ਅਰਥ ਕੀ ਨਿਕਲਦਾ ਕਿ ਉਹ ਮਜੀਠੀਏ ਵਿੱਚ ਹੀ ਹੈਗੇ ਆ। ਭਾਈ ਜੇ ਮਜੀਠੀਏ 'ਚ ਹੈਗੇ ਆ, ਪਤਾ FIR ਦਰਜ ਹੋ ਗਈ, ਪਤਾ ਸਾਰੇ ਰੋਜ਼ ਅਖਬਾਰਾਂ 'ਚ ਆ ਰਿਹਾ ਕਿ ਜਿਹੜੇ 16 ਜਗ੍ਹਾ ਛਾਪੇ ਮਾਰੇ ਫਲਾਨਾ, ਭਾਵੇਂ ਉਹ ਝੂਠੇ ਹੀ ਹੋਣ, ਸਾਨੂੰ ਨਹੀਂ ਕਿਸੇ ਤੇ ਕੋਈ ਭਰੋਸਾ। ਇਹ ਕਾਂਗਰਸ ਵੀ ਇਸ ਤਰ੍ਹਾਂ ਕਰ ਸਕਦੀ ਕਿਉਂਕਿ ਰਾਜਨੀਤੀ ਹੈ, ਕਿਉਂਕਿ ਇੱਥੇ ਵੋਟਾਂ ਦਾ ਮਾਮਲਾ ਆ। ਪਰ ਜੇ ਉਹ ਹੈਗੇ ਤੇ ਖੁਦ ਹੀ ਆ ਕੇ ਪੇਸ਼ ਹੋ ਜਾਂਦੇ ਅੱਜ ਮੋਹਾਲੀ 'ਚ। ਕਿਹੜੀ ਗੱਲ ਆ? ਐਂਟੀਸਪੇਟਰੀ ਬੇਲ ਜਿਹੜੀ ਲੈਣੀ ਸੀਗੀ, ਉਹ ਕਿ ਜ਼ਮਾਨਤ ਲੈਣੀ ਸੀਗੀ, ਉਹ ਨਹੀਂ ਮਿਲੀ, ਅੱਜ ਖਾਰਜ ਹੋ ਗਈ ਆ। ਹੋ ਸਕਦਾ ਕੱਲ ਫਿਰ ਸ਼ਾਇਦ, ਪਤਾ ਨਹੀਂ, ਛੁੱਟੀ ਹੋਵੇ ਕਿ ਕੋਈ ਸਪੈਸ਼ਲ ਕੋਰਟ ਲਵਾ ਕੇ ਕੱਲ ਹਾਈ ਕੋਰਟ 'ਚ ਵੀ ਜਾ ਸਕਦੇ ਹੋ। ਉੱਥੋਂ ਵੀ ਤੇ ਅਗਲਾ ਹਰ ਬੰਦਾ ਕੋਸ਼ਿਸ਼ ਕਰਦਾ ਕਿ ਮੈਂ ਆਪਣੀ ਬੇਲ ਲਵਾਂ, ਮੈਨੂੰ ਗ੍ਰਿਫਤਾਰੀ ਤੋਂ ਬਚਾਂ। ਸੈਣੀ ਨੇ, ਸਮੇਤ ਸੈਣੀ ਨੇ ਕਿੰਨਾ ਸੁਪਰੀਮ ਕੋਰਟ ਤੱਕ ਜਾ ਕੇ ਉਹ ਸਾਰੀ ਰਾਹਤ ਲਈ ਸੀ। ਇਹ ਕਿਤੇ ਉਹਨਾਂ ਨਾਲ ਘੱਟ ਪਾਵਰਫੁਲ ਨਹੀਂ ਹੈ, ਇਹ ਸਾਰੀ ਕੋਸ਼ਿਸ਼ ਕਰਨਗੇ। ਸਵਾਲ ਤੇ ਸਾਡੀ ਪੰਜਾਬ ਦੀ ਗੌਰਮੈਂਟ ਦਾ ਹੈਗਾ
ਕਿ ਜਦੋਂ ਤੇ ਆਮ ਬੰਦਾ ਹੁੰਦਾ ਜਿਹੜਾ ਘਾਹ ਖੋਦਦਾ ਜਾਂ ਕੋਈ ਰਿਕਸ਼ੇ ਵਾਲਾ ਆਟੋ ਵਾਲਾ, ਉਦੋਂ ਉਹਦੇ ਤੇ ਹੱਡ ਗਰਮ ਕਰ ਦਿੰਦੇ, ਸਾਰੇ ਟੱਬਰ ਦੇ ਹੀ ਕਰ ਦਿੰਦੇ, ਮਹੱਲੇ ਨੂੰ ਵੀ ਘੇਰ ਕੇ ਤੇ ਲਿਜਾਂਦੇ ਆ। ਜਦੋਂ ਕੋਈ ਤਾਕਤ ਵਾਲਾ ਬੰਦਾ ਕੋਈ ਵੀ ਹੋਵੇ, ਕੱਲਾ ਮਜੀਠੀਏ ਦੀ ਨਹੀਂ ਗੱਲ, ਕੋਈ ਵੀ ਹੋਵੇ, ਅੱਛਾ ਸਮੇਤ ਸੈਣੀ ਟਿਪੀਕਲ ਕੇਸ ਹੈ, ਫੜ ਲਿਆ ਉਹਨੂੰ, ਕੀ ਕਰ ਲਿਆ ਉਹਨੂੰ, ਨਾਲੇ ਸਾਰਿਆਂ ਦੇ ਸ਼ਰੇਆਮ ਸਾਰਾ ਕੁਝ ਪਤਾ ਹੈ, ਕੁਝ ਨਹੀਂ ਕਰ ਸਕੇ। ਤੇ ਇਸੇ ਕਰਕੇ ਕਾਨੂੰਨ ਜਿਹੜਾ ਸਾਡਾ ਉਹ ਇੰਨਾ ਕਮਜ਼ੋਰ ਕਹੋ, ਜਾਂ ਸਾਡੀਆਂ ਰਾਜਨੀਤਿਕ ਪਾਰਟੀਆਂ ਇੰਨੀਆਂ ਅੰਦਰੋਂ ਕਮਜ਼ੋਰ ਕਹੋ ਕਿ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਉਹ ਬਿਲਕੁਲ ਫੇਲ ਹੋ ਜਾਂਦੀਆਂ ਜਦੋਂ ਕੋਈ ਅੱਗਿਓਂ ਤਕੜਾ ਸਿੰਘ ਫਸਾਉਣ ਵਾਲਾ ਬੰਦਾ ਹੋਵੇ। ਇਹ ਗੱਲ ਜਿਹੜੀ ਜ਼ਰੂਰ ਹੈਗੀ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਰ-ਬਾਰ ਪਿਛਲੇ 4.5 ਸਾਲ ਕਹਿੰਦੇ ਰਹੇ ਕਿ ਜਿਹੜਾ ਵੀ ਕਸੂਰਵਾਰ ਆ ਉਹਨੂੰ ਜੇਲ੍ਹ 'ਚ ਦਿਓ, ਨਸ਼ੇ ਖਤਮ ਹੋਣੇ ਚਾਹੀਦੇ ਆ, ਜੇ ਅਸੀਂ ਗਲਤ ਆ ਤੇ ਤੁਸੀਂ ਸਾਡੇ ਤੇ ਐਕਸ਼ਨ ਕਿਉਂ ਨਹੀਂ ਕਰਦੇ। ਹੁਣ ਉਹ ਕਹਿ ਰਿਹਾ ਕਿ ਇਹ ਐਫਆਈਆਰ ਗਲਤ ਆ, ਥਾਣਿਆਂ ਦੇ ਕੇ ਘੇਰਿਆ ਜਾਊਗਾ, ਰੋਸ ਪ੍ਰਗਟ ਕੀਤਾ ਜਾਊਗਾ, ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਪ੍ਰੋਟੈਸਟ ਕੀਤੇ ਜਾਣਗੇ ਕਿ ਸਾਡੇ ਲੀਡਰ ਨੂੰ ਗਲਤ ਤਰੀਕੇ ਦੇ ਨਾਲ ਕੇਸਾਂ 'ਚ ਫਸਾਇਆ ਜਾ ਰਿਹਾ। ਮੈਂ ਉਹਨਾਂ ਦੀ ਗੱਲ ਦੇ ਵਿੱਚ ਦਮ ਵੀ ਹੋ ਸਕਦਾ, ਉਹਨਾਂ ਦੀ ਗੱਲ 'ਚ ਦਮ ਹੋ ਸਕਦਾ, ਪਰ ਜੇ ਝੂਠੀ ਵੀ ਐਫਆਈਆਰ ਆ, ਆਲ ਦਾ ਮੋਰ ਰੀਜ਼ਨਸ, ਹੋਰ ਵੀ ਇਹਦਾ ਇਸ ਕਰਕੇ ਉਹਨਾਂ ਨੂੰ ਡਟ ਕੇ ਸਗੋਂ ਚੌੜੇ ਹੋ ਕੇ ਕੋਰਟ 'ਚ ਆਉਣਾ ਚਾਹੀਦਾ। ਕਰੋ ਜੋ ਕਰਨਾ, ਫੜਨਾ ਮੈਨੂੰ ਫੜੋ, ਜਦ ਮੈਂ ਹੈ ਹੀ ਨਹੀਂ ਇਹਦੇ ਵਿੱਚ ਤੇ ਮੈਨੂੰ ਡਰਨ ਦੀ ਕੀ ਲੋੜ ਹੈ ਬਈ। ਸਗੋਂ ਜਿਹੜਾ ਰੋਜ਼ ਹੀ ਇਹ ਸਿਆਪਾ ਖੜਾ ਹੁੰਦਾ, ਕਦੀ ਕੇਜਰੀਵਾਲ ਉਹਨਾਂ ਤੇ ਫਲੈਕਸਾਂ ਸਾਰੇ ਪੰਜਾਬ 'ਚ ਲਾ ਕੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰਦਾ, ਜਾਣੀ ਜਿਵੇਂ ਕਿ ਕੱਲਾ ਮਜੀਠੀਆ ਹੀ ਇੱਥੇ ਕਿੰਗ ਪਿਨ ਹੋਵੇ ਤੇ ਸਾਰੇ ਪੰਜਾਬ ਦੇ ਵਿੱਚ ਉਹਦੇ ਅੰਦਰ ਸਾਰੀ ਜਿਹੜੀ ਡਰੱਗ ਫੈਲ ਰਹੀ ਹੋਵੇ। ਮੈਨੂੰ ਤੇ ਐਡੀ ਵੱਡਾ ਡਰੱਗ ਜਿਹੜਾ ਨੈਟਵਰਕ ਉਹਨਾਂ ਦੇ ਕੰਟਰੋਲ ਕੱਲੇ ਦੇ ਵਿੱਚ ਚੱਲਦਾ ਹੋਊਗਾ, ਮੇਰੀ ਸਮਝ ਤੋਂ ਤੇ ਥੋੜਾ ਇਹ ਬਾਹਰ ਆ। ਪਰ ਜੇ ਸ਼ਾਮਲ ਹੈ ਤਾਂ ਵੀ ਉਹ ਜਿਹੜਾ ਕਾਨੂੰਨ ਆ ਉਹ ਕੰਮ ਕਰਨਾ ਚਾਹੀਦਾ। ਤੇ ਜੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਰ-ਬਾਰ ਉਹਨਾਂ ਦਾ ਪ੍ਰਧਾਨ ਤੇ ਉਹਨਾਂ ਦੇ ਸਾਰੇ ਪ੍ਰਵਕਤਾ ਕਹਿੰਦੇ ਰਹੇ ਆ ਕਿ ਅਸੀਂ ਪਾਕ ਦਾਮਨ ਆ, ਤੇ ਉਹਨਾਂ ਨੂੰ ਆਪ ਆ ਕੇ ਖੜੇ ਹੋਣਾ ਚਾਹੀਦਾ, ਲੋਕਾਂ 'ਚ ਖੜੇ ਹੋਣਾ ਚਾਹੀਦਾ, ਕੋਰਟ 'ਚ ਕਾਨੂੰਨ ਦੇ ਸਾਹਮਣੇ ਖੜੇ ਹੋ ਜਾਣਾ ਚਾਹੀਦਾ, ਤਾਂ ਕਿ ਹੋਰ ਕੋਈ ਪਾਰਟੀ ਬਾਰ-ਬਾਰ ਇਹਦੇ ਤੇ ਆਪਣੀਆਂ ਰਾਜਨੀਤਿਕ ਇਸ ਇਸ਼ੂ ਦੇ ਉੱਤੇ, ਮਜੀਠੀਆ ਦੇ ਨਾਂ ਦੇ ਉੱਤੇ ਬਾਰ-ਬਾਰ ਰਾਜਨੀਤਿਕ ਰੋਟੀਆਂ ਨਾ ਸੇਕ ਸਕੇ। ਹਾਂਜੀ ਬਿਲਕੁਲ, ਪੂਰਾ ਸਰਕਾਰ ਦਾ ਜ਼ੋਰ ਜਿਹੜਾ ਆ ਪੁਲਿਸ ਤੰਤਰ ਦਾ ਲੱਗਿਆ ਮਜੀਠੀਆ ਨੂੰ ਫੜਨ ਦੇ ਵਿੱਚ। ਪਰ ਇੱਧਰ ਪ੍ਰੋਫੈਸਰ ਸਾਹਿਬ ਦਰਬਾਰ ਸਾਹਿਬ 'ਚ ਜੋ ਕੁਝ ਹੋਇਆ, ਹੱਥ ਖਾਲੀ। ਲੁਧਿਆਣੇ ਦੇ ਵਿੱਚ ਬਲਾਸਟ ਹੋਇਆ, ਧਮਾਕਾ ਹੋਇਆ, ਇੱਕ ਕਹਿੰਦੇ ਬਾਹ ਦੇ ਉੱਤੋਂ ਜਿਹੜਾ ਮਰਿਆ ਆ ਉਹਦੀ ਬਾਹ ਦੇ ਉੱਤੋਂ ਖੰਡੇ ਦਾ ਨਿਸ਼ਾਨ ਮਿਲਿਆ। ਕਨੈਕਸ਼ਨ ਖਾਲਿਸਤਾਨੀ ਜੋੜ ਕੇ ਇਹਨੂੰ ਪਾਕਿਸਤਾਨ ਨਾਲ ਜੋੜ ਕੇ ਇਹੋ ਜਿਹਾ ਕੁਝ ਬਣਾਇਆ ਜਾ ਰਿਹਾ, ਚਰਚਾਵਾਂ ਚੱਲ ਰਹੀਆਂ ਨੇ। ਇਸ ਸਭ ਦੇ ਵਿਚਾਲੇ ਨਾਲੋਂ ਨਾਲ ਜਦੋਂ ਅਸੀਂ ਜਿਹੜੀ ਘਟਨਾ ਉੱਥੇ ਕਪੂਰਥਲੇ ਵਾਪਰੀ ਸੀ, ਉਹਦੇ ਵਿੱਚ ਕਹਿੰਦੇ 302 ਦਾ ਪਰਚਾ ਹੁਣ ਗ੍ਰੰਥੀ ਤੇ ਦੇਤਾ, ਉਹ ਕਤਲ ਦਾ ਮਾਮਲਾ ਸੀ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ? ਦੇਖੋ, ਚੀਜ਼ਾਂ ਤੇ ਕਾਫੀ ਸਾਡੀ ਵੀ ਸਮਝ ਤੋਂ ਬਾਹਰ ਆ। ਮੈਨੂੰ ਨਹੀਂ ਲੱਗਦਾ ਕਿ ਈਵਨ ਹੋਮ ਮਿਨਿਸਟਰ ਨੂੰ ਵੀ ਸਾਡੇ ਰੰਧਾਵਾ ਸਾਹਿਬ ਨੂੰ ਪੂਰਾ ਪਤਾ ਹੋਵੇ। ਕਾਰਨ ਉਹਦਾ ਇੱਕ ਇੰਨੀ ਤੇਜ਼ੀ ਨਾਲ ਔਰ ਇੰਨੀਆਂ ਅਚਨਚੇਤ, ਤੇ ਖਾਸ ਕਰਕੇ ਜਦੋਂ ਦੋਵੇਂ ਹੀ ਤਿੰਨਾਂ ਹੀ ਬੰਦਿਆਂ ਤੋਂ ਜਿਨ੍ਹਾਂ ਤੋਂ ਪਤਾ ਕੁਝ ਤੁਹਾਨੂੰ ਉਮੀਦ ਲੱਗਣੀ, ਉਹ ਤਿੰਨੇ ਹੀ ਹੈ ਨਹੀਂ ਗੇ, ਕਿਵੇਂ ਤੁਸੀਂ ਪਤਾ ਲਾਓਗੇ ਮੈਨੂੰ ਦੱਸੋ। ਬਿਲਕੁਲ। ਹਾਂ, ਜਿਹੜੀ ਗੱਲ ਦਾ ਪਤਾ ਨਿਜ਼ਾਮਪੁਰ ਗੁਰਦੁਆਰਾ ਜਿਹੜੇ ਕਪੂਰਥਲੇ ਵਾਲਾ, ਉੱਥੋਂ ਪਤਾ ਲੱਗਾ ਕਿ ਪੁਲਿਸ ਨੂੰ ਕਿਸੇ ਕਿਸਮ ਦੀ ਬੇਅਦਬੀ, ਕਿਸੇ ਕਿਸਮ ਦੀ ਹੱਥ ਨਹੀਂ ਲੱਗੀ। ਜੋ ਕਲੇਮ ਕਰਕੇ ਕਿ ਇਹ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਆਇਆ ਸੀਗਾ, ਉਹ ਨਹੀਂ ਦਿਖਿਆ। ਹੁਣ ਜਿਹੜੀ ਪੁਲਿਸ ਆ ਉਹ ਅਲੱਗ-ਅਲੱਗ ਥੀਰੀਆਂ ਤੇ ਕੰਮ ਕਰ ਰਹੀ ਹੈ ਕਿ ਹੋ ਸਕਦਾ ਕੋਈ ਹੋਰ ਮਕਸਦ ਹੋਵੇ, ਹੋ ਸਕਦਾ ਉਹ ਕਿਹੜੇ ਐਂਗਲ, ਚੋਰੀ ਦਾ ਵੀ ਹੋ ਸਕਦਾ, ਹੋਰ ਵੀ ਹੋ ਸਕਦਾ, ਨਿੱਜੀ ਕੋਈ ਪਰਿਵਾਰ ਨੂੰ ਜਾਣਦਾ ਵੀ ਹੋ ਸਕਦਾ, ਕਿਸੇ ਵੀ ਕਿਸਮ ਦਾ ਕੋਈ ਐਂਗਲ ਹੋ ਸਕਦਾ, ਜਾਂ ਕੋਈ ਪੁਰਾਣੀ ਕਿਸੇ ਕਿਸਮ ਦੀ ਕੋਈ ਹੋਰ ਕਿੜ ਵੀ ਕਈ ਵਾਰੀ ਹੁੰਦੀ, ਕਿਹਦੇ ਨਾਲ ਕੀ ਸੀਗੀ ਇਹ ਰੱਬ ਜਾਣੇ। ਉਹ ਮੁੰਡੇ ਦੀ ਸੀਗੀ ਜਿਹੜਾ ਮਾਰਿਆ ਗਿਆ, ਜਾਂ ਉਹ ਪਰਿਵਾਰ ਦੀ ਸੀ। ਪਰ ਇਸ ਵੇਲੇ ਕਿਉਂਕਿ ਜਿਸ ਕਰਕੇ ਮਾਰਿਆ ਗਿਆ ਕਿ ਉਹ ਬੇਅਦਬੀ ਕਰਨ ਆਇਆ ਸੀ, ਤੇ ਇਸ ਕਰਕੇ ਲਿੰਚਿੰਗ ਕਰ ਰਹੀ, ਹਾਲਾਂਕਿ ਉਹ ਵੀ ਕਰਨੀ ਨਹੀਂ ਚਾਹੀਦੀ ਹੈ। ਕਿ ਕਿਵੇਂ ਪਤਾ ਲੱਗੂ ਤੁਹਾਨੂੰ ਕਿ ਉਹ ਬੰਦੇ ਦੇ ਇੰਟੈਂਸ਼ਨ ਕੀ ਸੀ? ਸਾਰੇ ਲੋਕਾਂ ਦਾ ਇੰਨਾ ਤੇ ਹੱਕ ਬਣਦਾ ਨਾ ਜਾਣਨ ਦਾ ਕਿ ਅਸਲੀਅਤ ਕੀ ਹੈ। ਤੇ ਜਦੋਂ ਸਬੂਤ ਹੀ ਤੁਸੀਂ ਬੰਦਾ ਹੀ ਮਾਰ ਦੋਗੇ ਤੇ ਫਿਰ ਕਿੱਥੋਂ ਪਤਾ ਲੱਗੂ? ਇਹ ਤੇ ਅਸੀਂ ਬਾਰ-ਬਾਰ ਅੱਗੇ ਵੀ ਕਿਹਾ, ਹੁਣ ਵੀ ਕਹਿੰਦੇ ਆ, ਜਿਹੜਾ ਸੋਧਣ ਦਾ ਬਹੁਤਾ ਕਹਿੰਦੇ ਆ, ਇਹਦੇ ਨਾਲ ਸਾਡੀ ਫਿਰ ਕਿਸੇ ਤੇ ਨਹੀਂ ਭਰੋਸਾ ਰਹੂ, ਸਾਡਾ ਆਪਣੇ ਆਪ ਤੇ ਹੀ ਭਰੋਸਾ ਰਹੂਗਾ ਕਿ ਜਿਹਨੂੰ ਕਰਤਾ, ਜਿਹੜਾ ਰਹਿ ਗਿਆ ਰਹਿ ਗਿਆ। ਇਸ ਤਰੀਕੇ ਨਾਲ ਇੰਨੀ ਜ਼ਿਆਦਾ ਸਮਾਜ ਦੇ ਵਿੱਚ ਅਸ਼ਾਂਤੀ ਫੈਲ ਸਕਦੀ ਆ ਕਿ ਫਿਰ ਗਲੀਆਂ ਮੁਹੱਲਿਆਂ ਦੇ ਵਿੱਚ ਕਾਨੂੰਨ ਨੂੰ ਇੱਕ ਪਾਸੇ ਰੱਖ ਕੇ ਇਨਸਾਫ ਤੁਹਾਨੂੰ ਕਰਦੇ ਲੋਕ ਮਿਲ ਜਾਣਗੇ। ਤੇ ਕਿਵੇਂ ਇਨਸਾਫ ਹੋਊਗਾ ਉਹ ਤੁਹਾਨੂੰ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਆ ਕਿ ਉਹਦੇ ਕ੍ਰਾਈਟੇਰੀਆ ਕੀ ਹੋਣਗੇ। ਸਾਨੂੰ ਇਹ ਲੱਗਦਾ, ਤੁਸੀਂ ਜਿਹੜੀ ਗੱਲ ਕਹਿ ਰਹੇ ਆ
ਕਿ ਇਹ ਇੰਨਾ ਸੌਖਾ ਮਾਮਲਾ ਨਹੀਂ ਹੈ। ਪਰ ਕਿਉਂਕਿ ਇਹ ਚੋਣਾਂ ਦੇ ਵਿੱਚ ਹੋਰਨਾਂ ਸੂਬਿਆਂ 'ਚ ਵੀ ਇਹੋ ਜਿਹਾ ਕੁਝ ਹੁੰਦਾ ਦਿਖਦਾ ਸਾਨੂੰ, ਇੱਥੇ ਵੀ ਇਹ ਭੋਲਾਪਣ ਜਾਂ ਅਚਨਚੇਤ ਨਹੀਂ ਹੋਇਆ, ਇਹਦੇ ਪਿੱਛੇ ਤੇ ਕੋਈ ਸਕੀਮਾਂ ਹੋ ਸਕਦੀਆਂ। ਜੇ ਤਿੰਨਾਂ ਦੇ ਪਿੱਛੇ ਨਹੀਂ ਤੇ ਦੋਵਾਂ 'ਚ ਤੇ ਹੋਣਗੀਆਂ, ਜੇ ਦੋਵਾਂ 'ਚ ਨਹੀਂ ਤੇ ਇੱਕ 'ਚ ਤੇ ਸਾਫ਼ ਹੀ ਦਿਖਦੀ ਹੈ। ਕੌਣ ਜਾ ਕੇ ਬੰਬ ਲੈ ਕੇ ਜਾਊਗਾ? ਇਹ ਸਾਰੀ ਚੀਜ਼ ਦੀ ਤਹਿਕੀਕਾਤ ਕਰਕੇ ਜਦ ਤੱਕ ਸਾਡੇ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਆਪਾਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਲੱਗ ਸਕਦਾ। ਹੁਣ ਇੱਕ ਛੋਟੀ ਗੱਲ ਹੈ ਜੋ ਅੱਜ ਅਖਬਾਰਾਂ 'ਚ ਆਇਆ, ਹਰਮੰਦਰ ਸਾਹਿਬ ਦੇ ਜਿਹੜੇ ਉਹ ਮੁੰਡੇ ਨੇ ਉੱਥੇ ਕੀਤਾ, ਬੇਅਦਬੀ ਕੀਤੀ ਜਾਂ ਉੱਥੇ ਜੰਪ ਮਾਰ ਕੇ ਕੁਛ ਆਪਣਾ ਬਦਮਗਜ਼ੀ ਜੋ ਵੀ ਦਿਖਾਈ, ਉਸ ਦਾ ਹੁਣ ਹੋਰ ਵੀ ਫੁਟੇਜ ਬਾਹਰ ਆਈ ਆ ਅਲੱਗ-ਅਲੱਗ ਜਗ੍ਹਾ ਤੋਂ, ਤੇ ਇਹ ਪਤਾ ਲੱਗਦਾ ਕਿ ਉਹ ਇੱਕ ਦਿਨ ਦੇ ਵਿੱਚ 8-8 ਵਾਰੀ ਵੀ ਜਾਂਦਾ ਰਿਹਾ। ਉਹ ਕਈ ਦਿਨਾਂ ਦਾ ਉੱਥੇ ਹੀ ਘੁੰਮ ਰਿਹਾ ਸੀ। 15, 16, 17, 18 ਨੂੰ ਉਹਨੇ ਕਾਰਨਾਮਾ ਕੀਤਾ, ਕਈ ਦਿਨ ਪਹਿਲਾਂ ਦਾ ਉੱਥੇ ਹੀ ਘੁੰਮ ਰਿਹਾ ਸੀਗਾ। ਔਰ ਇੱਕ ਰਾਤ ਉਹ ਉਸ ਕੰਬਲ 'ਚ ਵੀ ਬਾਹਰ ਬਰਾਂਡੇ 'ਚ ਸੁੱਤਾ ਜਿੱਥੇ ਅਸਲ 'ਚ ਉਹ ਕੰਬਲ ਕੁੱਤਿਆਂ ਦੇ ਸੌਣ ਲਈ ਰੱਖਿਆ ਹੋਇਆ ਸੀ ਵੀ ਠੰਡ ਨਾ ਲੱਗੇ ਉਹਨਾਂ ਨੂੰ, ਉਹਦੇ ਥੱਲੇ ਸੁੱਤਾ। ਹੁਣ ਮੇਰੇ ਵਰਗੇ ਬੰਦੇ ਨੂੰ ਤੇ ਇਹ ਲੱਗਦਾ ਵੀ ਜਿਹੜਾ ਬੰਦਾ ਐਡੀ ਸਕੀਮ ਤੇ ਆਇਆ ਹੋਵੇ ਤੇ ਆਪਣੇ ਜਾਨ ਹੁੱਲਣ ਤੇ ਆਇਆ ਹੋਵੇ, ਉਹ ਇਸ ਤਰੀਕੇ ਨਾਲ ਬਿਲਕੁਲ ਧੱਕੇ ਖਾਂਦਾ। ਸਵੇਰੇ ਚੌਕੀਦਾਰਾਂ ਨੇ ਉਹਨਾਂ ਨੂੰ ਜਗਾਇਆ। ਉਹ ਇਹ ਖਬਰ ਆਈ ਹੈ ਕਿ ਚੌਕੀਦਾਰ ਨੇ ਸੁਬਾਹ ਜਗਾਇਆ ਵੀ ਉੱਠ ਜਾ, ਹੁਣ ਤੂੰ ਬਰਾਂਡੇ 'ਚ ਪਿਆ। ਤੇ ਉਹ ਬੰਦਾ ਜਾਨੀ ਆਇਡੈਂਟੀਫਾਈ ਹੋਇਆ। ਇਹਦੇ ਪਿੱਛੇ ਜਦ ਤੱਕ ਸਾਰੇ ਕਨੈਕਸ਼ਨ ਅਸੀਂ ਜੋੜ ਕੇ ਨਹੀਂ ਦੇਖਦੇ ਕਿ ਜੇ ਸਾਜ਼ਿਸ਼ ਸੀ ਤੇ ਕੀ ਸੀ, ਕਿ ਉਹ ਇੰਨਾ ਹੀ ਟ੍ਰੇਨਡ ਸੀ ਕਿ ਉਹਨੂੰ ਕੁੱਤਿਆਂ ਦੇ ਲਈ ਰੱਖਿਆ ਹੋਇਆ ਕੰਬਲ ਤੇ ਬਾਹਰ ਸੌਣ ਲਈ, ਤੇ ਇਹ ਵੀ ਇੱਕ ਉਹਦਾ ਬਹਾਨਾ ਸੀ, ਜਾਂ ਉਹ ਵੈਸੇ ਮੈਂਟਲੀ ਸਿੱਖ ਸੀਗਾ ਕਿ ਜਿਹਨੇ ਆਪਣੀ ਉਹੋ ਜਿਹੀ ਕਿਸੇ ਮਨ ਦੇ ਵਿੱਚ ਕੀ ਹੁੰਦਾ ਜਦੋਂ ਬੰਦੇ ਦਾ ਆਫਟਰ ਆਲ ਤੇ ਦਿਮਾਗ ਹੀ ਹੈ ਨਾ, ਕਿੱਧਰ ਨੂੰ ਕਿਹਦਾ ਫਿਰ ਗਿਆ, ਕੀ ਹੋ ਗਿਆ ਰੱਬ ਜਾਣੇ। ਤੇ ਉਹ ਹੁਣ ਸਾਰੀ ਗੱਲ ਦਾ ਤਹਿਕੀਕਾਤ ਕਰਨੀ ਇਸ ਲਈ ਔਖੀ ਹੋ ਗਈ ਕਿ ਉਹ ਬੰਦੇ ਸਾਡੇ ਕੋਲ ਹੈ ਨਹੀਂ। ਪਰ ਅਸੀਂ ਤੇ ਇਹੋ ਹੀ ਅਰਦਾਸ ਕਰਾਂਗੇ ਕਿ ਪੰਜਾਬ, ਰੱਬ ਪੰਜਾਬ ਨੂੰ ਸ਼ਾਂਤੀ ਬਖਸ਼ੇ, ਭਾਈਚਾਰਾ ਬਖਸ਼ੇ। ਇਹ ਸੂਬਾ ਇਹੋ ਜਿਹਾ ਨਹੀਂ ਕਿ ਜਿਹੜਾ ਇੱਕ ਦੂਜੇ ਦੀ ਨਫ਼ਰਤ ਤੇ ਪਲੇ, ਇਹ ਇੱਕ ਦੂਜੇ ਦੇ ਨਾਲ ਪਿਆਰ ਤੇ ਭਰੋਸੇ ਤੇ ਪਲਦਾ, ਤੇ ਸਾਰਿਆਂ ਨੂੰ ਇੱਕ ਦੂਜੇ ਲੋਕਾਂ ਨੂੰ ਵੀ, ਦੇਸ਼ ਦੇ ਬਾਕੀ ਭੈਣਾਂ ਭਰਾਵਾਂ ਨੂੰ ਵੀ ਉਸੇ ਕਿਸਮ ਦੀ ਸੋਚ ਦੇ ਨਾਲ ਸਹਾਰਾ ਦੇ ਕੇ ਚੱਲਣ ਵਾਲਾ, ਨਾ ਕਿ ਲੜਾਈ ਕਰਕੇ ਸਮਾਜ ਕਮਜ਼ੋਰ ਕਰਕੇ ਨਫ਼ਰਤ ਫੈਲਾ ਕੇ ਕਿਸੇ ਕਿਸਮ ਦੀ ਰਾਜਨੀਤੀ ਕਰੇ। ਜੇ ਇਹੋ ਜੀ ਗੱਲ ਅੱਗੇ ਵਧਦੀ ਹੈ, ਉਹ ਘੱਟੋ ਘੱਟ ਪੰਜਾਬੀਆਂ ਵੱਲੋਂ ਤਾਂ ਨਹੀਂ ਹੋ ਸਕਦੀ। ਕੋਈ ਬਾਹਰ ਦੀਆਂ ਏਜੰਸੀਆਂ, ਸੂਬੇ ਤੋਂ ਬਾਹਰ ਦੀਆਂ ਏਜੰਸੀਆਂ, ਉਹ ਦੇਸ਼ ਦੇ ਅੰਦਰ ਆ ਜਾਂ ਕਿੱਥੋਂ ਆਉਂਦੀਆਂ, ਉਹ ਸਾਰਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਤੱਕ ਗੱਲ ਪਹੁੰਚਾਉਣ। ਜੀ, ਮੈਂ ਆਖਰੀ ਸਵਾਲ ਕਰਦਾ ਪ੍ਰੋਫੈਸਰ ਸਾਹਿਬ, ਜਦੋਂ ਮੈਂ ਕਿਵੇਂ ਗੱਲ ਕੀਤੀ ਸੀ ਕਿ ਖੰਡਾ ਨਜ਼ਰ ਆਇਆ ਤਾਂ ਕਹਿੰਦੇ ਖਾਲਿਸਤਾਨੀ ਜਾਂ ਉਦੋਂ ਬਾਅਦ ਪਾਕਿਸਤਾਨੀ ਕਨੈਕਸ਼ਨ, ਬੀਜੇਪੀ ਵਾਲੇ ਕਹਿੰਦੇ ਕਿ ਨਵਜੋਤ ਸਿੱਧੂ ਇਮਰਾਨ ਖਾਨ ਨੂੰ ਬਚਾ ਰਹੇ ਨੇ, ਆਪਣੇ ਵੱਡੇ ਭਰਾ ਨੂੰ ਬਚਾ ਰਹੇ ਨੇ, ਉਹਨਾਂ ਨੂੰ ਇਹਦੇ ਉੱਤੇ ਸਟੈਂਡ ਜਿਹੜਾ ਕਲੀਅਰ ਕਰਨਾ ਚਾਹੀਦਾ ਹੈ ਕਿ ਕਿਤੇ ਪਾਕਿਸਤਾਨ ਤੋਂ ਤਾਂ ਨਹੀਂ ਇਹ ਸਾਰਾ ਕੁਝ ਆਇਆ। ਜਿਹੜੇ ਡਰੋਨ ਆ ਰਹੇ ਨੇ, ਜਿਵੇਂ ਕੈਪਟਨ ਸਾਹਿਬ ਵੀ ਕਹਿੰਦੇ ਕਿ ਡਰੋਨ ਆ ਜਾਂਦੇ ਨੇ, ਜਾਂ ਪਾਕਿਸਤਾਨ ਚੋਣਾਂ ਦੇ ਨੇੜੇ ਕੋਈ ਨਾ ਕੋਈ ਹਲਚਲ ਪੰਜਾਬ 'ਚ ਕਰ ਸਕਦਾ। ਸੁਖਵਿੰਦਰ, ਸਾਡੇ 40 ਨੌਜਵਾਨ ਫੌਜੀ ਸ਼ਹੀਦ ਹੋਏ ਸੀਗੇ, ਉਦੋਂ ਬਾਅਦ ਬਾਲਾਕੋਟ ਹੋਇਆ ਸੀ, ਪੁਲਵਾਮਾ ਤੋਂ ਬਾਅਦ। ਤੁਹਾਡੇ ਕੋਲ ਰਿਪੋਰਟ ਆ ਗਈ ਉਹ ਸਾਰੀ ਵੀ ਉਹ ਕੀ ਸਾਜ਼ਿਸ਼ ਸੀਗੀ? ਇੱਥੇ ਤੇ ਅਸੀਂ ਕਹਿੰਦੇ ਆ ਕਿ ਸਾਨੂੰ 2 ਦਿਨਾਂ 'ਚ ਦੇ ਦਿਓ, 3 ਦਿਨਾਂ 'ਚ ਦੇ ਦਿਓ। ਉਹ ਤੇ ਸਾਰੇ ਦੇਸ਼ ਦੀ ਸਰਕਾਰ ਸੀ ਔਰ ਨੌਜਵਾਨਾਂ ਦੀ ਸੀ, ਸਾਡੇ ਦੀ ਇੱਕੋ ਝਟਕੇ ਦੇ ਵਿੱਚ। ਉਹਦਾ ਬਾਲਾਕੋਟ ਦਾ ਜੋ ਬਾਅਦ ਲਾਹਾ ਲਿਆ ਗਿਆ, ਮੋਦੀ ਜੀ ਖੁਦ ਆਪਣੀਆਂ ਸਪੀਚਾਂ 'ਚ ਕਹਿ ਰਹੇ ਸੀ ਤੇ 303 ਸੀਟਾਂ ਲੈ ਕੇ ਗਏ। ਆਹ ਤੇ ਸਾਡੇ ਦੇਸ਼ ਦਾ ਹਾਲ ਆ। ਕੌਣ ਕਿਹਨੂੰ ਕੀ ਕਹਿੰਦਾ, ਉਹਦੇ 'ਚ ਉਹਦੇ ਸੱਚਾਈ ਨਹੀਂ ਹੈ, ਕੋਈ ਸੋਚੀ ਸਮਝੀ ਸੱਚਾਈ ਜਾਂ ਉਹਦੀ ਇਮਾਨਦਾਰੀ ਦੀ ਸਟੇਟਮੈਂਟ ਨਹੀਂ ਹੈ। ਉਹ ਸ਼ਰੇਆਮ ਇੱਕ ਸੋਚੀ ਸਮਝੀ ਰਾਜਨੀਤੀ ਦੀ ਸਟੇਟਮੈਂਟ ਹੈ, ਤਾਂ ਕਿ ਆਪੋ ਆਪਣੀਆਂ ਰੋਟੀਆਂ ਰਾਜਨੀਤਿਕ ਕਿਵੇਂ ਸੇਕੀਆਂ ਜਾਣ ਤੇ ਲੋਕਾਂ ਦੇ ਮਾਈਂਡ ਨੂੰ ਰਾਜਨੀਤਿਕ ਪਾਰਟੀਆਂ ਸੋਚਦੀਆਂ ਕਿ ਇਹੋ ਜਿਹੀਆਂ ਗੱਲਾਂ ਕਰਕੇ ਆਪਣੇ ਹੱਕ 'ਚ ਕਿਵੇਂ ਵੋਟਾਂ ਲਈ ਤਿਆਰ ਕੀਤਾ ਜਾਵੇ। ਇਹ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਕਿਸਾਨ ਹੀ ਨਹੀਂ, ਆਮ ਲੋਕ ਜਿਹੜੇ ਨੇ ਉਹ ਵੀ ਅੱਕੇ ਬੈਠੇ ਨੇ ਸਿਆਸਤਦਾਨਾਂ ਤੋਂ, ਇਹਨਾਂ ਰਵਾਇਤੀ ਸਿਆਸੀ ਪਾਰਟੀਆਂ ਤੋਂ। ਇਸੇ ਕਰਕੇ ਉਮੀਦ ਕਰਦੇ ਨੇ ਕਿ ਕੋਈ ਬਦਲ ਆਵੇ, ਅਸੀਂ ਉਸ ਬਦਲ ਨੂੰ ਚੁਣੀਏ ਤੇ ਉਹਨੂੰ ਚੁਣ ਕੇ ਅਸੀਂ ਆਪਣੀਆਂ ਮੰਗਾਂ, ਆਪਣੇ ਮੁੱਦਿਆਂ ਦਾ, ਪੰਜਾਬ ਦੇ ਮਸਲਿਆਂ ਦਾ ਹੱਲ ਕਢਾਈਏ। ਪਰ ਹੁਣ ਦੂਜੇ ਪਾਸੇ ਨਵਜੋਤ ਸਿੱਧੂ ਪੰਜਾਬ ਮਾਡਲ ਲਈ ਬੈਠੇ ਨੇ, ਕੇਜਰੀਵਾਲ ਸਾਹਿਬ ਦਿੱਲੀ ਵਾਲਾ ਮਾਡਲ ਲਈ ਬੈਠੇ ਨੇ,
ਬੀਜੇਪੀ ਜਿਹੜੀ ਆ ਉਹ ਗੁਜਰਾਤ ਮਾਡਲ ਤੋਂ ਸ਼ੁਰੂ ਹੋਈ ਸੀਗੀ। ਇਸ ਤਰ੍ਹਾਂ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਦੀਆਂ ਤਿਆਰੀਆਂ ਤਮਾਮ ਪਾਰਟੀਆਂ ਕਰ ਰਹੀਆਂ। ਕੋਈ ਇਹ ਨਹੀਂ ਕਹਿ ਰਿਹਾ ਕਿ ਇਸੇ ਪੰਜਾਬ ਨੂੰ ਕਿੱਦਾਂ ਸਵਾਰ ਲਿਆ ਜਾਵੇ ਤੇ ਉਹਦਾ ਰੋਡ ਮੈਪ ਕੀ ਹੋਏਗਾ। ਬਸ ਸਬਜ਼ ਬਾਗ ਨੇ, ਜਿਹਦੇ ਹੱਥ ਪਾਵਰ ਆ ਉਹ ਵੀ ਲਾਰੇ ਲਾਉਂਦਾ, ਜਿਹਦੇ ਹੱਥ ਨਹੀਂ ਪਾਵਰ ਉਹ ਵੀ ਲਾਰੇ ਲਾਉਂਦਾ। ਲੋਕ ਆਪਣੀ ਸਰਕਾਰ ਆਪ ਚੁਣਨਗੇ 2022 ਚ, ਸੋਚ ਸਮਝ ਕੇ ਚੁਣਨਗੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।